My dear students and my dear friends, welcome to my channel. Today our topic is on giving advice. It is written by Joseph Edison, 18th century essayist. 18ਵੀਂ ਸ਼ਤਾਬਦੀ ਦੇ ਨਿਬੰਧਕਾਰ ਸਨ, ਐਸੇ ਲਿਖਦੇ ਸਨ ਆਮ ਜ਼ਿੰਦਗੀ ਦੇ ਵਿਸ਼ਿਆਂ 'ਤੇ ਔਰ ਬਹੁਤ ਹੀ ਪ੍ਰਸਿੱਧ ਹੋਏ ਉਹਨਾਂ ਦੇ ਸਾਰੇ ਨਿਬੰਧ। ਅੱਜ ਦਾ ਜਿਹੜਾ ਵਿਸ਼ਾ ਹੈ, ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ, ਔਨ ਗਿਵਿੰਗ ਐਡਵਾਈਸ, ਸਲਾਹ ਦੇਣੀ। ਹਿੰਦੀ ਵਿੱਚ ਕਹਿੰਦੇ ਨੇ ਕਿ ਅਸੀਂ ਸਲਾਹ ਹਰ ਇੱਕ ਬੰਦੇ ਨੂੰ ਦੇ ਦਿੰਦੇ ਹਾਂ ਔਰ ਸਲਾਹ ਦੇਣ ਦੇ ਵਿੱਚ ਅਸੀਂ ਬਹੁਤ ਹੀ ਮਾਹਰ ਆਪਣੇ ਆਪ ਨੂੰ ਸਮਝਦੇ ਹਾਂ, ਚਾਹੇ ਉਹ ਐਕਸੈਪਟ ਕਰੇ ਚਾਹੇ ਨਾ ਕਰੇ। ਹਾਂਜੀ, ਸੋ ਇਹ ਕਿਹਾ ਗਿਆ ਹੈ, ਬਹੁ ਉਪਦੇਸ਼ ਕੁਸ਼ਲ ਬਹੁ ਤੇਰੇ। ਕੀ ਮਤਲਬ ਕਿ ਬਹੁਤ ਸਾਰੇ ਲੋਕ ਦੂਜਿਆਂ ਨੂੰ ਸਲਾਹ ਦੇਣ ਦੇ ਵਿੱਚ ਬਹੁਤ ਹੀ ਕੁਸ਼ਲ ਹੁੰਦੇ ਨੇ ਔਰ ਲੇਖਕ ਵੀ ਇੱਥੇ ਇਹੀ ਕਹਿੰਦਾ ਹੈ ਕਿ ਐਡਵਾਈਸ ਇਜ਼ ਨਾਟ ਐਕਸੈਪਟਡ ਐਪਰੀਸੀਏਟਡ ਈਜ਼ੀਲੀ। ਬਹੁਤ ਸਾਰੇ ਲੋਕ ਸਲਾਹ ਨੂੰ ਜਲਦੀ ਦੇ ਨਾਲ ਨਾ ਤਾਂ ਸਵੀਕਾਰ ਕਰਦੇ ਹਨ, ਨਾ ਹੀ ਉਸ ਦੀ ਸ਼ਲਾਘਾ ਕਰਦੇ ਹਨ। ਕਾਰਨ ਕੀ ਹੈ ਬੱਚਿਓ, ਕਿ ਜਿਹੜਾ ਬੰਦਾ ਸਲਾਹ ਦੇ ਰਿਹਾ ਹੈ ਉਹ ਆਪਣੇ ਆਪ ਨੂੰ ਸੁਪੀਰੀਅਰ ਸਮਝਦਾ ਹੈ। ਐਡਵਾਈਜ਼ਰ ਸ਼ੋਜ਼ ਹਿਜ਼ ਸੁਪੀਰੀਅਰਿਟੀ, ਆਪਣੇ ਆਪ ਨੂੰ ਸ੍ਰੇਸ਼ਟ ਸਮਝਦਾ ਹੈ, ਅਤੇ ਜਿਸ ਨੂੰ ਸਲਾਹ ਦੇ ਰਿਹਾ ਹੈ ਉਸ ਨੂੰ ਬੱਚਾ ਸਮਝਦਾ ਹੈ, ਉਸ ਨੂੰ ਮੂਰਖ ਸਮਝਦਾ ਹੈ, ਜਾਂ ਉਸ ਨੂੰ ਉਸ ਵਿਸ਼ੇ 'ਤੇ ਘੱਟ ਜਿਹੜਾ ਹੈ ਨੌਲੇਜੇਬਲ ਸਮਝਦਾ ਹੈ, ਗਿਆਨੀ ਸਮਝਦਾ ਹੈ। ਹੁਣ ਦੋ ਧੜੇ ਹੋ ਗਏ ਨੇ, ਇੱਕ ਸਲਾਹ ਦੇਣ ਵਾਲਾ ਅਤੇ ਇੱਕ ਸਲਾਹ ਲੈਣ ਵਾਲਾ। ਸਲਾਹ ਲੈਣ ਵਾਲਾ ਸੁਪੀਰੀਅਰ ਅਤੇ ਸਲਾਹ ਜਿਸ ਨੂੰ ਮਿਲ ਰਹੀ ਹੈ ਉਹ ਇਨਫੀਰੀਅਰ। ਅਤੇ ਅੱਜ ਜ਼ਿੰਦਗੀ ਦੇ ਵਿੱਚ ਕੋਈ ਵੀ ਬੰਦਾ ਆਪਣੇ ਆਪ ਨੂੰ ਨਿਉਣਾ ਜਾਂ ਇਨਫੀਰੀਅਰ ਨਹੀਂ ਸਮਝਣਾ ਚਾਹੁੰਦਾ। ਸੋ ਉਹਨਾਂ ਦੋਹਾਂ ਦੇ ਵਿੱਚ ਇੱਕ ਮਾਨਸਿਕ ਕਲੈਸ਼ ਹੋ ਜਾਂਦਾ ਹੈ, ਇੱਕ ਭਾਵਨਾਤਮਕ ਜਿਹੜਾ ਹੈ ਦਵੰਦਵ ਪੈਦਾ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਸਲਾਹ ਨੂੰ ਜਿਹੜਾ ਹੈ, ਜਿਸ ਤਰ੍ਹਾਂ ਕਿ ਜੋਸਫ ਐਡੀਸਨ ਨੇ ਕਿਹਾ ਹੈ ਕਿ ਜਲਦੀ ਦੇ ਨਾਲ, ਸੁਭਾਵਿਕ ਢੰਗ ਦੇ ਨਾਲ ਸਵੀਕਾਰ ਨਹੀਂ ਕੀਤਾ ਜਾਂਦਾ। ਪਿਆਰੇ ਬੱਚਿਓ, ਸਲਾਹ ਦੇਣਾ ਜਿਹੜਾ ਹੈ ਉਹ ਇੱਕ ਆਰਟ ਹੈ, ਇੱਕ ਕਲਾ ਹੈ, ਔਰ ਦੂਸਰੇ ਉਸ ਸਲਾਹ ਨੂੰ ਮੰਨ ਜਾਣ, ਇਹ ਵੀ ਇੱਕ ਕਲਾ ਹੈ। ਜਦੋਂ ਅਸੀਂ ਸਲਾਹ ਦਿੰਦੇ ਹਾਂ ਤਾਂ ਸਾਨੂੰ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਉਸ ਗੱਲਾਂ ਕੀ ਨੇ ਕਿ ਸਾਡੇ ਸ਼ਬਦਾਂ ਦਾ ਚੁਣਾਵ, ਚੁਆਇਸ ਆਫ ਵਰਡਸ, ਚੁਆਇਸ ਆਫ ਓਕੇਜ਼ਨ। ਫੋਰ ਐਗਜ਼ਾਮਪਲ, ਕਿਸੇ ਬੱਚੇ ਨੂੰ, ਆਪਣੇ ਹੀ ਬੱਚੇ ਨੂੰ ਆਪਾਂ ਸਲਾਹ ਦਿੰਦੇ ਹਾਂ, ਕਿਸ ਜਗ੍ਹਾ 'ਤੇ ਦੇ ਰਹੇ ਹਾਂ ਉਹ ਸਲਾਹ। ਜੇਕਰ ਉਸ ਨੂੰ ਇੱਕ ਪਾਸੇ ਲਿਜਾ ਕੇ ਅਸੀਂ ਸਲਾਹ ਦਿੰਦੇ ਹਾਂ ਬੜੇ ਅੱਛੇ ਸ਼ਬਦਾਂ ਦੇ ਨਾਲ, ਅਤੇ ਉਹ ਜਿਹੜਾ ਹੈ ਸਵੀਕਾਰ ਹੋਣ ਦੇ ਚਾਂਸਿਸ ਜ਼ਿਆਦਾ ਨੇ। ਕਈ ਵਾਰੀ ਅਸੀਂ ਵੀ ਯੂਜ਼ ਵਿਟਸ। ਵਿਟਸ ਦਾ ਅਰਥ ਹੁੰਦਾ ਬੱਚਿਓ ਕਿ ਮਜ਼ਾਕ ਦੇ ਨਾਲ, ਪਰਿਹਾਸ ਦੇ ਨਾਲ, ਹਲਕਾ ਫੁਲਕਾਪਨ ਲਿਆ ਕੇ ਉਸ ਦੇ ਵਿੱਚ। ਔਰ ਸਾਰਿਆਂ ਨੂੰ ਵਧੀਆ ਜਿਹੜਾ ਇਸਤੇਮਾਲ ਕੀਤਾ ਜਾਂਦਾ ਹੈ ਉਹ ਪ੍ਰੋਵਰਬਸ ਅਤੇ ਈਡੀਅਮਸ ਦਾ ਕੀਤਾ ਜਾਂਦਾ ਹੈ। ਕਹਾਵਤਾਂ ਦੇ ਨਾਲ, ਲੋਕੋਕਤੀਆਂ ਦੇ ਨਾਲ ਅਸੀਂ ਸਲਾਹ ਦੇ ਸਕਦੇ ਹਾਂ। ਇਹ ਕੁਛ ਪੁਆਇੰਟਸ ਨੇ ਜਿਹੜੇ ਕਿ ਸਲਾਹ ਦੇਣ ਵਾਲੇ ਨੂੰ ਅਪਣਾਉਣੇ ਚਾਹੀਦੇ ਨੇ, ਔਰ ਉਸ ਦੀ ਸਲਾਹ ਜਿਹੜੀ ਹੈ, ਉਸ ਦਾ ਪਰਾਮਰਸ਼ ਜਿਹੜਾ ਹੈ, ਜੇਕਰ ਉਹ ਇਹ ਪੁਆਇੰਟਸ ਆਪਣੇ ਮਨ ਦੇ ਵਿੱਚ ਰੱਖਦਾ ਹੈ, ਸਲਾਹ ਦੇਣ ਲੱਗਿਆ ਕਰਦਾ ਹੈ ਇਹਨਾਂ ਦਾ ਇਸਤੇਮਾਲ, ਤਾਂ ਉਹ ਲੋਕਾਂ ਦੁਆਰਾ ਜ਼ਿਆਦਾ ਐਗਰੀਏਬਲ ਹੋਏਗੀ। ਲੋਕ ਉਸ ਦੇ ਨਾਲ ਬਹੁਤ ਛੇਤੀ ਦੇ ਨਾਲ ਜਿਹੜੇ ਨੇ
ਐਗਰੀ ਕਰਨਗੇ। ਦੁਨੀਆ ਦੇ ਵਿੱਚ ਸਭ ਨਾਲੋਂ ਜ਼ਿਆਦਾ ਮੋਸਟ ਐਕਸੈਪਟੇਬਲ ਜਿਹੜੀ ਹੈ ਐਡਵਾਈਸ, ਉਹ ਹੈ ਐਡਵਾਈਸ ਇਨ ਸ਼ੇਪ ਆਫ ਫੈਬਲਸ। ਪਿਆਰੇ ਬੱਚਿਓ, ਫੈਬਲਸ ਦਾ ਅਰਥ ਹੈ ਲੋਕ ਗਾਥਾ, ਲੋਕ ਕਥਾ। ਉਹ ਕਹਾਣੀਆਂ ਜਿਹੜੀਆਂ ਕਿ ਲੋਕਾਂ ਦੇ ਵਿੱਚ ਪ੍ਰਚਲਿਤ ਨੇ ਔਰ ਅਖੀਰ ਦੇ ਵਿੱਚ ਉਹਨਾਂ ਛੋਟੀਆਂ ਛੋਟੀਆਂ ਕਹਾਣੀਆਂ ਦਾ ਕੋਈ ਨਾ ਕੋਈ ਬਹੁਤ ਡੂੰਘਾ ਅਰਥ ਹੁੰਦਾ ਹੈ, ਮੋਰਲ ਹੁੰਦਾ ਹੈ ਔਰ ਸਾਨੂੰ ਸਿੱਖਿਆ ਦੇ ਜਾਂਦੀਆਂ। ਪਿਆਰੇ ਬੱਚਿਓ, ਸੰਸਾਰ ਦੇ ਵਿੱਚ ਹਰ ਇੱਕ ਸੰਸਕ੍ਰਿਤੀ ਦੇ ਵਿੱਚ, ਹਰ ਦੇਸ਼ ਦੇ ਵਿੱਚ ਅਜਿਹੀਆਂ ਲੋਕ ਕਥਾਵਾਂ, ਅਜਿਹੀਆਂ ਫੈਬਲਸ ਮਸ਼ਹੂਰ ਸਨ ਅਤੇ ਲੇਖਕਾਂ ਨੇ ਲਿਖੀਆਂ ਹਨ। ਹਿੰਦੀ ਦੇ ਵਿੱਚ ਵਿਸ਼ਨੂੰ ਸ਼ਰਮਾ ਦੇ ਪੰਚਤੰਤਰ ਤੁਸੀਂ ਜ਼ਰੂਰ ਪੜ੍ਹੀ ਹੋਏਗੀ। ਪੰਚਤੰਤਰ ਜਿਹੜੀ ਹੈ ਕਹਾਣੀਆਂ, ਛੋਟੀਆਂ ਛੋਟੀਆਂ ਕਹਾਣੀਆਂ ਨੇ। ਇਸੇ ਤਰੀਕੇ ਨਾਲ ਗ੍ਰੀਸ ਦੇ ਜਿਹੜੇ ਸੀਗੇ ਲੇਖਕ ਈਸਪ, ਉਹਨਾਂ ਦੀਆਂ ਈਸਪ ਟੇਲਸ ਨੇ। ਅਰਬੀਅਨਸ ਨਾਈਟਸ ਨੇ ਅਰਬ ਦੀਆਂ। ਅਲੀ ਬਾਬਾ 40 ਚੋਰ ਜਿਹੜਾ ਹੈ ਕਹਾਣੀਆਂ ਤੁਸੀਂ ਪੜ੍ਹੀਆਂ ਹੋਣੀਆਂ ਨੇ। ਟੀਵੀ 'ਤੇ ਤੁਸੀਂ ਤੇਨਾਲੀ ਰਾਮ ਦੇਖਿਆ ਹੋਏਗਾ। ਇਹ ਸਾਰੀਆਂ ਉਦਾਹਰਨਾਂ ਜਿਹੜੀਆਂ ਮੈਂ ਤੁਹਾਨੂੰ ਦਿੱਤੀਆਂ ਨੇ ਬੱਚਿਓ, ਇਹ ਸਾਰੇ ਦੀਆਂ ਸਾਰੀਆਂ ਫੈਬਲਸ ਦੀਆਂ ਹੀ ਐਗਜ਼ਾਮਪਲ ਨੇ। ਔਰ ਇਹਨਾਂ ਵਿੱਚ ਇੱਕ ਹੋਰ ਵੱਡੀ ਗੱਲ ਕੀ ਕੀਤੀ ਗਈ ਕਿ ਇਹਨਾਂ ਦੇ ਪਾਤਰ, ਬਹੁਤ ਸਾਰੀਆਂ ਫੈਬਲਸ ਦੇ ਵਿੱਚ ਪਾਤਰ ਜਿਹੜੇ ਸੀਗੇ ਉਹ ਇਨਸਾਨ ਨਾਲ ਲੈ ਕੇ ਪਸ਼ੂ ਅਤੇ ਪੰਛੀ ਲਏ ਗਏ। ਉਹਨਾਂ ਦੇ ਪਿੱਛੇ ਜੋ ਐਡੀਸਨ ਸਾਡੇ ਲੇਖਕ ਨੇ ਕਿਹਾ ਹੈ ਕਿ ਉਹ ਵੱਧ ਤੋਂ ਵੱਧ ਐਕਸੈਪਟੇਬਲ ਹੋਣ ਅਤੇ ਕੋਈ ਵੀ ਐਡਵਾਈਸ ਲੈਣ ਵਾਲਾ ਇਹ ਨਾ ਸੋਚੇ ਕਿ ਜਿਹੜਾ ਐਡਵਾਈਸ ਦੇਣ ਵਾਲਾ ਹੈ ਉਹ ਮੇਰੇ ਨਾਲੋਂ ਸੁਪੀਰੀਅਰ ਹੈ, ਇਸ ਕਰਕੇ ਪਸ਼ੂ ਪੰਛੀਆਂ ਦੇ ਨੂੰ ਪਾਤਰ ਬਣਾ ਕੇ ਸਲਾਹ ਦਿੱਤੀ ਗਈ। ਫੈਬਲਸ 'ਚ ਕੀ ਹੈ ਬੱਚਿਓ, ਇਹ ਜ਼ਿਆਦਾ ਐਕਸੈਪਟੇਬਲ ਕਿਉਂ ਹੈ? ਕਿਉਂਕਿ ਜਿਹੜਾ ਸੁਣਨ ਵਾਲਾ ਹੈ, ਇਹ ਜਿਨ੍ਹਾਂ ਨੂੰ ਇਹ ਕਥਾਵਾਂ ਸੁਣਾਈਆਂ ਜਾਂਦੀਆਂ ਨੇ, ਉਹ ਇਸ ਕਹਾਣੀ ਦਾ ਕਿਤੇ ਨਾ ਕਿਤੇ ਇੱਕ ਹਿੱਸਾ ਬਣ ਜਾਂਦੇ ਹਨ, ਆਪਣੇ ਆਪ ਨੂੰ ਉਸ ਦਾ ਪਾਤਰ ਮੰਨਦੇ ਨੇ। ਉਹ ਜਾਂ ਤਾਂ ਇਹ ਸੋਚਦੇ ਨੇ ਕਿ ਇਹ ਕਹਾਣੀ ਸਾਡੇ ਜੀਵਨ ਨਾਲ ਜੁੜੀ ਹੋਈ ਹੈ ਜਾਂ ਇਹ ਸਾਡੇ ਜੀਵਨ ਨਾਲ ਨਹੀਂ ਜੁੜੀ ਹੋਈ। ਠੀਕ ਹੈ। ਅਖੀਰ ਦੇ ਵਿੱਚ ਉਹ ਉਹਦਾ ਇੱਕ ਬਹੁਤ ਇੰਟੈਗਰਲ ਪਾਰਟ ਬਣਨ ਤੋਂ ਬਾਅਦ ਜਦੋਂ ਉਹ ਕਹਾਣੀ ਖਤਮ ਹੁੰਦੀ ਹੈ ਅਤੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜੀ ਮੋਰੈਲਿਟੀ ਹੈ, ਜਿਹੜਾ ਮੋਰਲ ਹੈ, ਜੋ ਉਹਦੀ ਸੀਖ ਹੈ, ਉਸ 'ਤੇ ਖੁਦ ਚਿੰਤਨ ਹੁੰਦਾ ਹੈ ਅਤੇ ਉਹ ਉਸ ਚਿੰਤਨ ਦੇ ਨਾਲ ਜਿਹੜੇ ਨੇ ਆਪਣੇ ਆਪ ਇੱਕ ਮੋਰਲ 'ਤੇ, ਇੱਕ ਸਿੱਖਿਆ 'ਤੇ ਪਹੁੰਚ ਜਾਂਦੇ ਨੇ। ਜਿਹੜਾ ਇਹ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਉਹਨਾਂ ਨੂੰ ਐਡਵਾਈਸ ਦਿੱਤੀ ਜਾ ਰਹੀ ਹੈ, ਪਰਾਮਰਸ਼ ਦਿੱਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਆਪਣੀ ਜਿਹੜੀ ਭਾਗੀਦਾਰੀ ਹੈ, ਚਰਿੱਤਰ ਜਿਹੜੇ ਨੇ ਉਹਦੇ 'ਚ, ਜਿਹੜੇ ਕਰੈਕਟਰਸ ਜਿਹੜੇ ਨੇ ਕਹਾਣੀ ਦੇ ਅਤੇ ਪਰਿਸਥਿਤੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ, ਉਹਨਾਂ ਦੇ ਜੁੜਨ ਦੇ ਨਾਲ ਉਹ ਉਸ ਗੱਲ ਨੂੰ, ਉਸ ਵਿਸ਼ੇ ਨੂੰ, ਉਸ ਸਮੱਸਿਆ ਨੂੰ ਬੱਚਿਓ ਜ਼ਿਆਦਾ ਅੱਛੇ ਢੰਗ ਦੇ ਨਾਲ ਸਮਝ ਸਕਦੇ ਨੇ ਔਰ ਸਮਝਦੇ ਵੀ ਨੇ। ਪਿਆਰੇ ਬੱਚਿਓ, ਇਸ ਲੇਖ ਦੇ ਵਿੱਚ, ਇਸ ਨਿਬੰਧ ਦੇ ਵਿੱਚ ਜੋਸਫ ਐਡੀਸਨ ਨੇ ਅੰਤ ਦੇ ਵਿੱਚ ਇੱਕ ਕਥਾ ਦਾ ਵਰਣਨ ਕੀਤਾ ਹੈ ਔਰ ਉਹ ਇੰਨੀ ਪ੍ਰਭਾਵਸ਼ਾਲੀ ਕਥਾ ਹੈ, ਕਹਾਣੀ ਹੈ ਕਿ ਤੁਸੀਂ ਉਸ ਦਾ ਅੰਦਾਜ਼ਾ ਖੁਦ ਸੁਣ ਕੇ ਲਗਾ ਸਕਦੇ ਹੋ ਕਿ ਫੈਬਲਸ ਜਿਹੜੀ ਹੈ ਉਹ ਕਿੰਨੀ ਇਫੈਕਟਿਵ ਹੁੰਦੀ ਹੈ। ਲੇਖਕ ਕਹਿੰਦਾ ਹੈ ਕਿ ਤੁਰਕੀ ਦੇ ਸੁਲਤਾਨ, ਜਿਸ ਦਾ ਨਾਮ ਮੁਹੰਮਦ ਸੀ, ਮਹਿਮੂਦ ਸੀ, ਕਿੱਥੋਂ ਦਾ ਸੁਲਤਾਨ ਸੀ? ਤੁਰਕੀ ਦਾ। ਨਾਮ ਕੀ ਸੀ? ਮਹਿਮੂਦ ਸੀ। ਉਹ ਬੱਚਿਓ ਬਹੁਤ ਜ਼ਾਲਮ ਬਾਦਸ਼ਾਹ ਹੋਇਆ ਹੈ
ਉਸਨੇ ਬਹੁਤ ਸਾਰੀਆਂ ਲੜਾਈਆਂ ਲੜੀਆਂ ਤੇ ਜਿਸ ਵੀ ਦੇਸ਼ ਨੂੰ, ਜਿਸ ਵੀ ਰਾਜ ਨੂੰ ਉਹ ਜਿੱਤ ਲੈਂਦਾ ਸੀ, ਉੱਥੇ ਉਹ ਬਹੁਤ ਮਾਰਕਾਟ ਕਰਦਾ ਸੀ ਤੇ ਉਸ ਰਾਜ ਨੂੰ ਬਿਲਕੁਲ ਉਜਾੜ ਕੇ ਰੱਖ ਦਿੰਦਾ ਸੀ, ਬਿਨਾਂ ਲੋਕਾਂ ਤੋਂ ਹੋ ਜਾਂਦਾ ਸੀ। ਔਰ ਇਸ ਤਰੀਕੇ ਦੇ ਨਾਲ ਉਹ ਆਪਣੇ ਦੇਸ਼ ਦਾ, ਆਪਣੇ ਰਾਜ ਦਾ ਵਿਸਤਾਰ ਕਰਦਾ ਸੀ। ਉਸਨੇ ਆਪਣੇ ਖੁਦ ਦੇ ਦੇਸ਼ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਕਤਲ ਕੀਤਾ। ਇੱਕ ਦਿਨ ਉਸ ਦੇ ਵਜ਼ੀਰ ਨੇ ਸੋਚਿਆ ਕਿ ਮੈਂ ਰਾਜੇ ਨੂੰ, ਸੁਲਤਾਨ ਨੂੰ ਸਮਝਾਵਾਂ। ਉਸਨੇ ਇਹ ਅਫਵਾਹ ਫੈਲਵਾ ਦਿੱਤੀ ਕਿ ਵਜ਼ੀਰ ਨੂੰ ਪਸ਼ੂ ਪੰਛੀਆਂ ਦੀ ਭਾਸ਼ਾ ਸਮਝ ਆਉਂਦੀ ਹੈ ਔਰ ਉਹ ਪਸ਼ੂ ਪੰਛੀਆਂ ਦੀ ਭਾਸ਼ਾ ਨੂੰ ਜਾਣਦੇ ਹਨ। ਇੱਕ ਦਿਨ ਸੁਲਤਾਨ ਅਤੇ ਉਹ ਵਜ਼ੀਰ ਜੰਗਲ ਦੇ ਵਿੱਚ ਸ਼ਿਕਾਰ ਕਰਨ ਲਈ ਗਏ। ਰਸਤੇ ਵਿੱਚ ਰਾਜੇ ਨੇ ਦੇਖਿਆ ਕਿ ਇੱਕ ਦਰਖਤ ਉੱਪਰ ਜਿਹੜਾ ਹੈ ਦੋ ਉੱਲੂ ਬੈਠੇ ਹੋਏ ਆਪੋ 'ਚ ਕੁਝ ਗੱਲਾਂ ਕਰ ਰਹੇ। ਉਸਨੇ ਵਜ਼ੀਰ ਨੂੰ ਕਿਹਾ ਕਿ ਤੂੰ ਪੰਛੀਆਂ ਦੀ ਭਾਸ਼ਾ ਜਾਣਦਾ ਹੈ, ਸੁਣ ਆ ਤੇ ਮੈਨੂੰ ਦੱਸ ਕਿ ਇਹ ਆਪੋ 'ਚ ਕੀ ਗੱਲ ਕਰ ਰਹੇ ਨੇ। ਵਜ਼ੀਰ ਉਸ ਦਰਖਤ ਦੇ ਨਜ਼ਦੀਕ ਗਿਆ। ਕੁਛ ਦੇਰ ਉਸਨੇ ਦੋਹਾਂ ਦੀਆਂ ਗੱਲਾਂ ਸੁਣੀਆਂ ਅਤੇ ਬਾਅਦ ਵਿੱਚ ਆ ਕੇ ਉਸਨੇ ਸੁਲਤਾਨ ਨੂੰ ਕਿਹਾ ਕਿ ਸੁਲਤਾਨ ਜੀ, ਉਹ ਆਪੋ ਵਿੱਚ ਇਹ ਗੱਲਾਂ ਕਰ ਰਹੇ ਹਨ ਕਿ ਇੱਕ ਉੱਲੂ ਦਾ ਲੜਕਾ ਹੈ ਔਰ ਦੂਸਰੀ ਉੱਲੂ ਦੀ ਲੜਕੀ ਹੈ ਅਤੇ ਉਹ ਆਪੋ ਵਿੱਚ ਦੋਹਾਂ ਦਾ ਵਿਆਹ ਕਰਨਾ ਚਾਹੁੰਦੇ ਹਨ। ਲੜਕੇ ਵਾਲੇ ਨੇ ਲੜਕੀ ਵਾਲੇ ਨੂੰ ਕਿਹਾ ਕਿ ਮੈਂ ਆਪਣੇ ਲੜਕੇ ਦੀ ਸ਼ਾਦੀ ਕਰਨ ਲਈ ਰਜ਼ਾਮੰਦ ਹਾਂ, ਜੇਕਰ ਤੂੰ 50 ਉਜੜੇ ਹੋਏ ਪਿੰਡ ਮੈਨੂੰ ਦਹੇਜ ਦੇ ਵਿੱਚ ਦੇ ਦੇਣਾ। ਇਸ 'ਤੇ ਲੜਕੀ ਵਾਲੇ ਨੇ ਕਿਹਾ, ਲੜਕੀ ਵਾਲੇ ਉੱਲੂ ਨੇ ਕਿਹਾ ਕਿ 50 ਕਿਉਂ, ਸਾਡਾ ਜਿਹੜਾ ਹੈ ਸੁਲਤਾਨ ਜਿੰਦਾ ਰਹੇ, ਰੱਬ ਨੂੰ ਬਹੁਤ ਵੱਡੀ ਉਮਰ ਦੇ, ਮੈਂ 50 ਨਹੀਂ ਤੈਨੂੰ 500 ਜੁੜੇ ਹੋਏ ਜਿਹੜੇ ਨੇ ਪਿੰਡ ਦੇ ਸਕਦਾ। ਕਿ ਸੁਲਤਾਨ ਮਹਿਮੂਦ ਦੇ ਹੁੰਦੇ ਹੋਏ ਸਾਨੂੰ ਉਜੜੇ ਹੋਏ ਪਿੰਡਾਂ ਦੀ ਕਮੀ ਨਹੀਂ। ਜਦੋਂ ਸੁਲਤਾਨ ਨੇ ਇਹ ਗੱਲ ਸੁਣੀ ਤਾਂ ਉਹ ਗਹਿਰੀ ਚਿੰਤਨ ਦੇ ਵਿੱਚ, ਗਹਿਰੀ ਸੋਚ 'ਚ ਪੈ ਗਿਆ ਤੇ ਬੱਚੋ ਉਸ ਤੋਂ ਬਾਅਦ ਉਸ ਦੇ ਵਿਅਕਤੀਤਵ ਦੇ ਵਿੱਚ, ਉਸ ਦੀ ਪਰਸਨੈਲਿਟੀ 'ਚ, ਉਸ ਦੀ ਸੋਚਣੀ ਦੇ ਵਿੱਚ ਇੱਕ ਬਹੁਤ ਵੱਡਾ ਬਦਲਾਅ ਆਇਆ। ਉਸ ਨੇ ਉਜੜੇ ਹੋਏ ਪਿੰਡਾਂ ਨੂੰ ਦੁਬਾਰਾ ਤੋਂ ਵਸਾਇਆ। ਆਪਣੇ ਦੇਸ਼ ਦੇ ਵਿੱਚ ਵੀ ਲੋਕਾਂ ਦੇ ਕਲਿਆਣ ਦੇ ਵਾਸਤੇ ਬਹੁਤ ਸਾਰੇ ਕੰਮ ਕੀਤੇ। ਸੋ ਬੱਚਿਓ, ਜਿਹੜੀ ਫੈਬਲ ਹੈ, ਜਿਹੜੀ ਕਹਾਣੀ ਹੈ, ਉਸ ਦੇ ਦੁਆਰਾ ਕਿਸੇ ਨੂੰ ਦਿੱਤੀ ਹੋਈ ਸੀਖ ਬਹੁਤ ਗਹਿਰਾਈ ਤੱਕ ਅਸਰ ਕਰਦੀ ਹੈ ਤੇ ਉਸ ਦਾ ਪ੍ਰਭਾਵ ਬਹੁਤ ਲੰਬੇ ਸਮੇਂ ਤੱਕ ਰਹਿੰਦਾ ਹੈ। ਥੈਂਕ ਯੂ ਵੈਰੀ ਮਚ। ਸੋ ਨਾਈਸ।